ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸ਼੍ਰੀਮਤੀ ਮੰਜੂ ਰਾਣੀ ਕਾਲੜਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸ਼੍ਰੀ ਪਰਸ਼ੋਤਮ ਕਾਲੜਾ, ਅਭਿਸ਼ੇਕ ਕਾਲੜਾ, ਰੁਚੀ ਨੰਦਾ, ਨਿਧੀ ਟੰਡ, ਪਵਨ ਕਾਲੜਾ, ਵਿਨੋਦ ਕਾਲੜਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੀਤਾ ਭਵਨ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸੁਰੇਸ਼ ਮਹਿੰਦੀ ਰੱਤਾ ਲੁਧਿਆਣੇ ਵਾਲਿਆਂ ਵੱਲੋਂ ਆਪਣੇ ਭਜਨਾਂ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼੍ਰੀਮਤੀ ਮੰਜੂ ਰਾਣੀ ਕਾਲੜਾ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਨੇਕ ਦਿਲ ਅਤੇ ਮਿੱਠ ਬੋਲੜੇ ਸੁਭਾਅ ਵਾਲੇ ਇਨਸਾਨ ਸਨ। ਆਪ ਜੀ ਦਾ ਵਿਆਹ ਫਗਵਾੜਾ ਨਿਵਾਸੀ ਸ਼੍ਰੀ ਪਰਸ਼ੋਤਮ ਕਾਲੜਾ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਅਤੇ ਆਪਣੇ ਪਤੀ ਦੀ ਉન્નਤੀ ਵਿੱਚ ਆਪ ਜੀ ਨੇ ਅਹਿਮ ਯੋਗਦਾਨ ਅਦਾ ਕੀਤਾ। ਆਪ ਜੀ ਹਮੇਸ਼ਾ ਹੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਅਤੇ ਨਾਲ ਹੀ ਆਪ ਜੀ ਨੇ ਦੇਸ਼ ਅਤੇ ਸਮਾਜ ਦੀ ਨਿਸਵਾਰਥ ਸੇਵਾ ਕੀਤੀ ਅਤੇ ਨਾਲ ਹੀ ਆਪਣੇ ਪਰਿਵਾਰ ਨੂੰ ਵੀ ਹਮੇਸ਼ਾ ਜ਼ਰੂਰਤਮੰਦਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਇਆ। ਅੱਜ ਆਪ ਜੀ ਦੇ ਬੇਟੇ ਅਭਿਸ਼ੇਕ ਕਾਲੜਾ ਆਪਣੇ ਦਾਦਾ ਸਵਰਗੀ ਸ਼੍ਰੀ ਰਤਨ ਲਾਲ ਕਾਲੜਾ, ਜਿਨ੍ਹਾਂ ਦੀ ਸ਼ਹਿਰ ਵਿੱਚ ਇੱਕ ਅਲੱਗ ਪਹਿਚਾਨ ਸੀ, ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚਾ ਚੁੱਕ ਰਹੇ ਹਨ। ਸ਼੍ਰੀਮਤੀ ਮੰਜੂ ਰਾਣੀ ਕਾਲੜਾ ਬਹੁਤ ਹੀ ਮਿੱਠੀ ਬਾਣੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬਾਣੀ ਰਾਹੀਂ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਜੋ ਕੋਈ ਵੀ ਇੱਕ ਵਾਰ ਉਹਨਾਂ ਨੂੰ ਮਿਲਦਾ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ। ਆਪ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਨੂੰ ਦਿਲ ਖੋਲ ਕੇ ਦਾਨ ਦਿਆ ਕਰਦੇ ਸਨ। ਸ਼੍ਰੀਮਤੀ ਮੰਜੂ ਰਾਣੀ ਕਾਲੜਾ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। मन किसी का है
जो मिला है वो हमेशा पास रह सकता नहीं, जो मिला है वो हमेशा पास रह सकता नहीं, कब बिछड़ जाए कोई राज कह सकता नहीं, कब बिछड़ जाए कोई राज कह सकता नहीं। श्री गंगा जी का तट हो, जमुना का पंच मट हो, श्री गंगा जी का तट हो, जमुना का पंच मट हो, मोरा सावरा निकट हो, जब प्राण तन से निकले उस वक्त जल्दी आना, नहीं शाम भूल जाना, उस वक्त जल्दी आना, नहीं शाम भूल जाना, राधे को साथ लाना, जब प्राण तन से निकले। तो आइए दिवंगत आत्मा की शांति के लिए छोटा सा सत्संग जिसमें सभी लोग सत्संग में सम्मिलित हों और आत्मा की दिवंगत आत्मा की शांति के लिए प्रभु के चरणों में अरदास करें। गोविंद जय जय गोपाल जय जय, राधा रमण हरि जय जय, गोविंद जय जय गोपाल जय जय, राधा रमण हरि जय, भजन नारायण नारायण नारायण, श्रीमन्नारायण नारायण नारायण, हनुमान नारायण नारायण नारायण, राम नारायण नारायण नारायण, सीता नारायण नारायण नारायण, स्वामी नारायण नारायण नारायण, कृष्ण नारायण नारायण नारायण, माता नारायण नारायण नारायण,
नारायण वासुदेवा, हे नाथ नारायण वासुदेवा, मुझमें हो सब में हो समाया, करो सबसे प्यार में कोई नहीं पराया, मुझमें हो गोविंद जय जय, गोपाल जय जय, राधा रमण हरि गोविंद जय जय, हरे कृष्णा 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 हरे हरे, हरे राम राम हरे हरे, हरे कृष्णा 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 हरे हरे, हरे राम राम हरे हरे, हरे कृष्णा 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 हरे हरे, हरे राम 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 आज हमारे बीच में इस बहुत ही प्रतिभाशाली परिवार का एक सदस्य यहाँ से अलविदा हो गया, श्रीमती मंजू रानी कालरा जी, वाइफ ऑफ श्री पुरुषोत्तम कालरा जी, और सारा परिवार अंत समय तक इनके साथ सेवा में संलग्न रहा। माँ की सेवा तो बच्चे करते ही थे, हालांकि माँ अपनी जिम्मेदारियों से निवृत्त हो चुकी थी, बिटिया और बेटे सभी विवाहित थे, हल्का फुल्का परिवार था। किसी ने बखूब कहा, माँ पृथ्वी है, धूली है। मेरी माँ की दुआओं का खजाना कम नहीं होता। माँ संवेदना है, भावना है, एहसास है। माँ जीवन के फूलों में खुशनुमा वास है। माँ रोते हुए बच्चे का खुशनुमा चलना है। माँ मरुभूमि में ओम हनो हनुमते नमो नमः, श्री हनुमंताय नमो नमः, जय जय हनुमान नमो नमः, श्री रामदूताय नमो नमः।
ਦਿਵੰਗਤ ਆਤਮਾ ਨੂੰ ਸਾਡੇ ਸਾਰਿਆਂ ਵੱਲੋਂ ਸ਼ਰਧਾਂਜਲੀ ਦੇ ਰਹੇ ਸਨ। ਉਸ ਤੋਂ ਬਾਅਦ ਮੇਰੇ ਲਗੇ ਬੇਸੁਰੇ ਨੂੰ ਬੋਲਣ ਦੀ ਮੇਰੇ ਖਿਆਲ ਅਹਿਮੀਅਤ ਹੈ ਜਾਂ ਨਹੀਂ, ਪਰ ਇੱਕ ਜਿਹੜਾ ਤੁਸੀਂ ਕਰਮ ਇਹਨਾਂ ਦੇ ਰਾਹੀਂ ਪਰਮਾਤਮਾ ਦੇ ਚਰਨਾਂ ਵਿੱਚ ਵਲੀਨ ਹੋ ਕੇ ਭੈਣ ਜੀ ਦੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਹੈ, ਉਹ ਮਹੱਤਵਪੂਰਨ ਹੈ, ਉਹ ਸਦੀਵੀ ਹੈ। ਮਹਿੰਦੀ ਰੱਤਾ ਜੀ ਆਪਣੇ ਭਜਨਾਂ ਰਾਹੀਂ ਸਾਨੂੰ ਦੱਸ ਰਹੇ ਸੀ ਕਿ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਨਾਸ਼ਵਾਨ ਹੈ, ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ। ਸਾਨੂੰ ਇਸ ਦੇਸ਼ ਰਹੇ ਸੀ ਆਪਾਂ ਕਿਉਂ ਇੱਥੇ ਆਪਣੇ ਆਪ ਨੂੰ ਦੁਨਿਆਵੀ ਕੰਮਾਂ 'ਚ ਬੱਝੇ ਬੈਠੇ ਹਾਂ।
ਇਹ ਤਾਂ ਇੱਕ ਨਾ ਇੱਕ ਨੇ ਛੱਡ ਕੇ ਇਹ ਗੰਢ ਤੋੜ ਕੇ ਪਰਮਾਤਮਾ ਦੇ ਕੋਲ ਜਾਣਾ ਹੀ ਹੈ ਅਸੀਂ ਸਾਰੇ। ਸੋ ਇਸ ਸਿਸਟਮ ਦੇ ਵਿੱਚ ਇੱਥੋਂ ਤੱਕ ਕਿਹਾ ਕਿ ਰਾਵਣ ਗਿਓ ਜਾਂ ਕਾ ਬਹੁ ਪਰਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ। ਹਰੇਕ ਵਿਅਕਤੀ ਨੇ ਇੱਕ ਨਾ ਇੱਕ ਦਿਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਵਿਲੀਨ ਹੋਣਾ ਹੀ ਹੈ। ਇੰਨਾ ਸਭ ਕੁਝ ਜਾਣਦੇ ਹੋ, ਫਿਰ ਜਦੋਂ ਇੱਕ ਵਿਅਕਤੀ ਸਾਡੇ ਤੋਂ ਚਲੇ ਜਾਂਦਾ, ਸਾਨੂੰ ਵਿਛੋੜਾ ਦੇ ਕੇ ਉਸੇ ਜਾਣ ਤੋਂ ਬਾਅਦ ਦੁੱਖ ਕਿਉਂ ਹੁੰਦਾ ਹੈ? ਦੁੱਖ ਮੇਨ ਕਾਰਨ ਹੁੰਦਾ ਹੈ ਕਿ ਉਹ ਵਿਅਕਤੀ ਦਾ ਇਸ ਸਮਾਜ ਨੂੰ, ਇਸ ਪਰਿਵਾਰ ਨੂੰ ਕਿੰਨਾ ਸੁੱਖ ਸੀ। ਉਹ ਸੁੱਖਾਂ ਕਰਕੇ ਇਨਸਾਨ ਜਿਹੜਾ ਵਿਛੜੀ ਆਤਮਾ ਪ੍ਰਤੀ ਦੁੱਖ ਯਾਦ ਕਰਨ ਦੇ ਲਈ ਆਂਸੂ ਬਹਾਉਂਦਾ ਹੈ। ਦੋ ਕਾਰਨ ਹੋਰ ਹੁੰਦੇ ਆ ਜਿਨ੍ਹਾਂ ਕਾਰਨਾਂ ਕਰਕੇ ਸਮਾਜ ਅਤੇ ਪਰਿਵਾਰ ਨੂੰ ਦੁੱਖ ਹੁੰਦਾ ਹੈ। ਉਹਨਾਂ 'ਚ ਹੁੰਦਾ ਜੇ ਕੋਈ ਪ੍ਰਾਣੀ ਇੱਕਦਮ ਸਾਡੇ ਤੋਂ ਵਿਚਰਦਾ ਹੋਵੇ, ਇੱਕਦਮ ਸਾਨੂੰ ਵਿਛੋੜਾ ਦੇ ਕੇ ਚਲਿਆ ਜਾਵੇ ਤਾਂ ਉਸ ਵਕਤ ਕਸ਼ਟ ਹੁੰਦਾ। ਇਸ ਤਰੀਕੇ ਨਾਲ ਸਤਿਕਾਰਯੋਗ ਭੈਣ ਮੰਜੂ ਜੀ ਵਿਚਰਦੇ ਪਏ ਸਮਾਜ ਦੇ ਵਿੱਚ, ਇੱਥੋਂ ਤੱਕ ਕਿ ਪਵਨ ਮੇਰਾ ਛੋਟਾ ਭਰਾ ਦੱਸ ਰਿਹਾ ਸੀ ਕਿ ਸਾਰੇ ਪਰਿਵਾਰ ਵਾਲੇ ਮਾਤਾ ਦੇ ਜਾਣ ਦੀ ਤਿਆਰੀ ਕਰਦੇ, ਉਹ ਵੀ ਨਾਲ ਜਾ ਰਹੇ ਸੀ ਮਾਤਾ ਚਿੰਤਪੁਰਨੀ ਦਰਬਾਰ ਤੇ ਨਤਮਸਤਕ ਹੋਣ ਦੇ ਲਈ। ਪਰ ਕਿਸੇ ਵਜ੍ਹਾ ਨਾਲ ਕਹਿੰਦਾ ਠੀਕ ਹੈ ਤੁਸੀਂ ਮੱਥਾ ਟੇਕ ਆਓ। ਕਿਉਂ? ਕਿਉਂਕਿ ਸ਼ਾਇਦ ਉਹਨੂੰ ਆਤਮਾ ਪਤਾ ਲੱਗਿਆ ਸੀ ਕਿ ਇਹਨਾਂ ਨੂੰ ਹੁਣ ਮੱਥਾ ਟੇਕ ਕੇ ਆਪਾਂ ਆ ਸਕਣਾ। ਉਹਨਾਂ ਦੀ ਤਿਆਰੀ ਸਦੀਵੀ ਮਹਾਮਾਈ ਦੇ ਚਰਨਾਂ ਵਿੱਚ ਵਾਸ ਕਰਨੀ ਸੀ, ਸ਼ਾਇਦ ਇਸ ਤਰ੍ਹਾਂ ਹੀ ਹੋਇਆ। ਸੋ ਅਚਾਨਕ ਚੱਲ ਗਏ, ਬਾਅਦ ਜਾਣ ਦੇ ਦੁੱਖ ਹਰੇਕ ਵਿਅਕਤੀ ਨੂੰ ਹੋਇਆ। ਬੇਟੀਆਂ ਬੈਠੀਆਂ, ਦੋਨੇ ਬੈਠੀਆਂ, ਦੇਖੋ ਮਾਂ ਜਿਹਾ ਕਣ ਸ਼ਾਮਾ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਸ਼ਾਮਦਾਰੀ ਲੈ ਕੇ ਰੱਬ ਨੇ ਸਵਰਗ ਬਣਾਇਆ। ਸੋ ਮਾਂ ਜਿਹਾ ਕੋਈ ਨਹੀਂ। ਇਹ ਸਦੀਵੀ ਜਿਹੜਾ ਪਿਆਰ ਆ ਮਾਂ ਦੇ ਰਾਹੀਂ ਮਿਲਦਾ, ਕਿਤੋਂ ਨਹੀਂ ਮਿਲ ਸਕਦਾ। ਮਾਂ ਇਨਸਾਨ ਚਾਹੁੰਦਾ ਸਦੀਵੀ ਮੇਰੇ ਕੋਲ ਰਹੇ। ਜਦ ਕਦੀ ਕਸ਼ਟ ਹੁੰਦਾ ਤੇ ਮਾਂ ਹੀ ਦੁੱਖ ਨਿਵਾਰਦੀ ਹੈ। ਬਾਅਦ ਦੇ ਵਿੱਚ ਪਰਮਾਤਮਾ ਨਾਮ ਬੰਦਾ ਜਾਂਦਾ, ਪਹਿਲਾਂ ਹਾਏ ਮਾਂ ਕਹਿੰਦਾ। ਸੋ ਮੇਰੀਆਂ ਭੈਣਾਂ, ਮੇਰੀਆਂ ਬੇਟੀਆਂ ਬੈਠੀਆਂ, ਇਹਨਾਂ ਨੂੰ ਕਸ਼ਟ ਹੋਇਆ ਹੋਗਾ। ਅਭਿਸ਼ੇਕ ਬੈਠਾ, ਇਸ ਨੂੰ ਵੀ ਕਸ਼ਟ ਹੋਇਆ। ਸੋ ਮੇਰੇ ਦਿਮਾਗ 'ਚ ਆ ਰਿਹਾ ਸੀਗਾ ਇਹ ਸਤਿਕਾਰਯੋਗ ਕਾਲੜਾ ਸਾਹਿਬ ਦੀ ਫੁਲਵਾੜੀ ਹੈ, ਰਤਨ ਲਾਲ ਕਾਲੜਾ ਜੀ। ਰਤਨ ਲਾਲ ਕਾਲੜਾ ਜੀ ਕਿਹੜਾ ਵਿਅਕਤੀ ਨਹੀਂ ਜਾਣਦਾ, ਕਿਸ ਤਰੀਕੇ ਨਾਲ ਇੱਥੇ ਆ ਕੇ, ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਮਿਹਨਤ ਕੀਤੀ, ਜਿਹੜਾ ਕਿ ਐਗਜ਼ਾਮਪਲ ਹੈ ਸਾਡੇ ਸਾਰਿਆਂ ਦੀ, ਜਿੰਨੀ ਉਹਨਾਂ ਨੇ ਮਿਹਨਤ ਕੀਤੀ। ਸੋ ਐਗਜ਼ਾਮਪਲ ਸਾਡੇ ਸਾਰਿਆਂ ਲਈ ਹੈ। ਛੋਟਾ ਜਿਹਾ ਕਾਰੋਬਾਰ ਤੋਂ ਪੂਰਾ ਵੱਡਾ ਕਾਰੋਬਾਰ ਚਲਾਇਆ। ਔਰ ਅਸੀਂ ਦੇਖਦੇ ਹੁੰਦੇ ਸੀ ਛੋਟੇ ਹੁੰਦੇ ਆ, ਉਹਨਾਂ ਦੇ ਨਾਂ ਦੀ ਫਗਵਾੜੇ ਕੁੱਤੀ ਵਾਏ ਬੋਲਦੀ ਹੁੰਦੀ ਸੀ। ਵਪਾਰ ਕਰਨਾ ਆ ਪਾਈਆ 2 ਰੁਪਏ ਕਿਲੋ ਦੋ ਵਾਲਾ ਨਹੀਂ ਕਰਦੇ ਸੀ। ਟਰੱਕਾਂ ਦੇ ਟਰੱਕ ਆਉਂਦੇ ਸੀ, ਟਰੱਕਾਂ ਦੇ ਟਰੱਕ ਉਹ ਵੇਚਦੇ ਸੀਗੇ ਔਰ ਫਗਵਾੜੇ ਦਾ ਨਾਂ ਉੱਚਾ ਕਰਦੇ ਸੀ। ਇੱਥੋਂ ਤੱਕ ਮੇਰੇ ਕੋਲ ਟਰਾਂਸਪੋਰਟ ਆਪਣੀ ਹੋਣ ਕਰਕੇ ਟਰਾਂਸਪੋਰਟਰਾਂ ਦੇ ਪ੍ਰਧਾਨ ਰਹੇ, ਕਰਿਆਨਾ ਵਾਲਿਆਂ ਦੇ ਪ੍ਰਧਾਨ ਹੋਣੇ ਹੀ ਸੀਗੇ ਉਹ ਵਿਅਕਤੀ ਜਿਸ ਵਿਅਕਤੀ ਨੇ ਤਾਂਸ ਦੇ ਨਾਲ ਫਗਵਾੜੇ ਦੇ ਵਿੱਚ ਫਗਵਾੜੇ ਦੀ ਸੇਵਾ ਕੀਤੀ ਹੈ। ਪੀਸ ਕਮੇਟੀ ਦੀ ਗੱਲ ਨੂੰ ਮੈਨੂੰ ਚੇਤਾ, ਉਸ ਟਾਈਮ ਤੇ ਉਹ ਸਾਡੇ ਤੋਂ ਅੱਗੇ ਲੈ ਕੇ ਸ਼ਾਂਤੀ ਬਹਾਲ ਕਰਨ ਲਈ ਫਗਵਾੜੇ ਦੇ ਉਪਰਾਲਾ ਕਰਿਆ ਕਰਦੇ ਸੀ। ਸਰਦਾਰ ਸਤਿਕਾਰਯੋਗ ਦਿਲਬਾਗ ਸਿੰਘ ਦੀ ਮੰਤਰੀ ਰਹੇ ਸਾਡੇ, ਉਹਨਾਂ ਨਾਲ ਇਹਨਾਂ ਦਾ ਨੇੜ ਤੇ ਸੰਬੰਧ ਸੀਗੇ। ਜੋ ਫਗਵਾੜੇ 'ਚ ਇਹ ਕਹਿੰਦੇ ਸੀ ਜਾਂ ਗੌਤਮ ਸਾਹਿਬ ਕਹਿੰਦੇ ਸੀ, ਉਹ ਦਿਲਬਾਗ ਸਿੰਘ ਜੀ ਕਰਿਆ ਕਰਦੇ ਸੀ। ਇੰਨੀ ਇਹਨਾਂ ਦੀ, ਔਰ ਦੂਰੋਂ ਤੁਰੇ ਜਾਂਦੇ ਆਵਾਜ਼ ਮਾਰ ਕੇ ਕਹਿੰਦੇ ਇੱਧਰ ਆ ਵੀ ਆ ਨਹੀਂ ਆਹ ਕਰਨਾ। ਇੰਨਾ ਜਿਹੜੀ ਕਿ ਪਹੁੰਚ ਦੇ ਮਾਲਕ ਸੀਗੇ, ਇੰਨੀ ਅਸਲਟਵਨੈਸ ਉਹਨਾਂ 'ਚ। ਆ ਪਵਿੱਤਰ ਸਥਾਨ 'ਤੇ ਆਪਾਂ ਬੈਠੇ, ਸ਼ਾਇਦ ਤੁਹਾਨੂੰ ਇੱਧਰ ਇਹਦੇ ਨਿਰਮਾਣ ਕਰਨ ਦੇ ਵਿੱਚ, ਇਹਨੂੰ ਡਿਵੈਲਪ ਕਰਨ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਯੋਗਦਾਨ ਸੀ। ਤੇ ਪਰਿਵਾਰ ਨੂੰ, ਚਾਹੇ ਪਵਨ ਜੀ ਹੈ, ਚਾਹੇ ਵਿਨੋਦ ਜੀ ਹੈ, ਸਤਿਕਾਰ ਦੇ ਬੜੇ ਭਾਈ ਪਰਸ਼ੋਤਮ ਜੀ ਹੈ, ਇਹਨਾਂ ਸਾਰਿਆਂ ਦੇ ਲੋ ਇਹਨਾਂ ਨੂੰ ਇਸ ਸਟੇਜ ਤੇ ਲਿਆਂਦਾ ਤੇ ਉਹਨਾਂ ਨੇ ਲਿਆਂਦਾ। ਕੁਛ ਕਾਰਨਾਂ ਵਿੱਚ ਡਾਉਨ ਹੈ, ਪਰ ਦੁਬਾਰਾ ਫੇਰ ਕੈਮਲ ਆਟਾ ਜਿਹੜਾ ਕਿ ਉਹਨੇ ਫਗਵਾੜੇ ਸ਼ੁਰੂਆਤ ਕੀਤੀ ਸੀ, ਉਹ ਦੁਬਾਰਾ ਇਹਨਾਂ ਨੇ ਬਿੱਲ ਲਾ ਕੇ ਪਵਨ ਜੀ ਨੇ, ਵਿਨੋਦ ਜੀ ਨੇ ਦੁਬਾਰਾ ਸਟਾਰਟ ਕੀਤਾ। ਰਵੀ ਜੀ ਬੈਠੇ ਆ। ਸੋ ਸਾਰਾ ਪਰਿਵਾਰ ਜਦ ਕਦੀ ਵੀ ਕਿਸੇ ਨੇ ਜ਼ਰੂਰਤ ਪਈ ਇਸ ਪਰਿਵਾਰ ਕੋ ਆਇਆ। ਇਸ ਪਰਿਵਾਰ ਹਮੇਸ਼ਾ ਝੋਲੀਆਂ ਭਰੀਆਂ। ਭੈਣ ਜੀ ਦੀ ਗੱਲ ਕਰੀਏ, ਕਿੰਨੀ ਵਧੀਆ ਸ਼ਖਸੀਅਤ ਮੇਰੀਆਂ ਭੈਣਾਂ ਬੈਠੀਆਂ, ਇਹਦੀ ਤਾਰੀਫ ਕਰਨਗੇ। ਸ਼ਾਨ ਹੁੰਦੇ ਸੀ ਮੰਦਰ ਉਹਨਾਂ ਸ਼ਾਨ, ਮੇਰੇ ਕੋਲ ਬਹੁਤ ਘੱਟ ਬੋਲਦੇ ਸੀ, ਜਿਹੜਾ ਬੋਲਦੇ ਮੀਨਿੰਗ ਉਹ ਬੋਲਦੇ ਸੀ। ਹਮੇਸ਼ਾ ਚਿਹਰੇ ਹਾਸਾ ਹੁੰਦਾ ਸੀ, ਮੁਸਕਰਾਹਟ ਹੁੰਦੀ ਸੀ ਉਹਨਾਂ ਦੇ। ਸੋ ਅਜਿਹਾ ਵਿਅਕਤੀ ਚਾਂਦ ਚਲਾ ਜਦ ਜਾਵੇ ਵੀ ਕਿਸ ਦਿਨ ਪਹਿਲੀ ਤਰੀਕ ਨੂੰ ਸਾਰੇ ਸੰਸਾਰ ਖੁਸ਼ੀ ਦੇ ਵਿੱਚ ਮਗਨ ਹੋਇਆ ਹੁੰਦਾ ਜੀ, ਡੁੱਬਿਆ ਹੁੰਦਾ ਖੁਸ਼ੀ। ਪਰ ਜੇ ਉਸ ਦਿਨ ਕੋਈ ਵਿਅਕਤੀ ਸਾਡੇ ਤੋਂ ਜਿਹੜਾ ਖੁਸ਼ੀਆਂ ਪ੍ਰਦਾਨ ਕਰਦਾ ਹੋਵੇ, ਅਚਾਨਕ ਚਲਾ ਜਾਵੇ, ਉਹਦਾ ਕਸ਼ਟ ਸਦੀਵ ਹੀ ਰਹਿ ਜਾਂਦਾ ਹੈ। ਸੋ ਅਜਿਹੀ ਭੈਣ
ਜਿਸ ਨੇ ਇਸ ਪਰਿਵਾਰ ਨੂੰ ਉੱਚਾ ਕਰਨ ਦੇ ਲਈ, ਇਸ ਪਰਿਵਾਰ ਨੂੰ ਸੇਵਾ ਕਰਨ ਦੇ ਲਈ ਆਪ ਪਿੱਛੇ ਰਹਿ ਕੇ ਅੱਗੇ ਤੋਰਿਆ, ਉਸ ਭੈਣ ਦਾ ਜਾਣਾ ਸਾਡੇ ਸਾਰਿਆਂ ਲਈ ਕਸ਼ਟਦਾਇਕ ਹੈ। ਪਰ ਇੱਕ ਗੱਲ ਆਪਾਂ ਕਰ ਸਕਦੇ ਹਾਂ, ਕਰਨਾ ਕੀ ਹੈ, ਜੇ ਸਾਕਰ ਦੇ ਨੇ ਕੋਈ ਚਾਰਾ, ਉਸ ਪ੍ਰਭੂ ਅੱਗੇ ਕਿਸੇ ਦਾ ਜ਼ੋਰ ਹੈਗਾ। ਆ ਬੇਟੀਆਂ ਬੈਠੀਆਂ ਮਾਂ ਨੂੰ ਜਾਣਦੀਆਂ, ਅਭਿਸ਼ੇਕ ਬੜੇ ਜਾਣਦੇ, ਆ ਦੋਨੇ ਭਰਾ ਬੈਠੇ ਆ, ਕਹਿ ਸਕਦੇ ਆ, ਜਿਹੜੇ ਦਿਓਰ ਹੈ ਉਹਨਾਂ ਦੇ ਭਰਾਵਾਂ ਦੇ ਸਮਾਨ ਹੁੰਦੇ ਆ, ਇਹ ਚਾਹੁੰਦੇ ਆ ਜਾਣਦੇ ਨਹੀਂ ਜਾਣਦੇ, ਪਰ ਉਹਦੇ ਅੱਗੇ ਸਿਰ ਝੁਕਾਉਣਾ ਹੀ ਪੈਂਦਾ। ਜੇ ਠਾਕਰ ਸੇ ਨੇ ਕੋਈ ਚਾਰਾ ਤਾਂ ਕੋ ਕੀਤੇ ਸਭ ਨਮਸਕਾਰ। ਤਾਂ ਸਾਰੇ ਆਓ ਇੱਕ ਗੱਲ ਕਰ ਸਕਦੇ ਹਾਂ, ਦਿਓ ਸੱਜਣ ਅਸੀਸੜੀਆਂ, ਇਹ ਸੀਸਾਂ ਦੇ ਪਰਮਾਤਮਾ ਦਵੰਗਨ ਆਤਮ ਆਪਣੇ ਚਰਨਾਂ ਸਦੀਵੀ ਵਾਰ ਨੇ, ਅਤੇ ਉਸ ਦੀ ਯਾਦ ਸਾਡੇ ਸਾਰਿਆਂ ਦੇ ਮਨ 'ਚ ਵਸਿਆ ਰਵੇ, ਅਤੇ ਉਹ ਜੋ ਚੰਗੇ ਕਰਮ ਕਰਕੇ ਜਿਹੜੀ ਚੰਗੀ ਸਿਹਤ ਸਾਨੂੰ ਦੇ ਕੇ ਉੱਥੇ ਨਹੀਂ ਚੱਲਣ ਦਾ ਬਰਾਬਰ ਕਰਦੀ ਰਹੀ। ਸੋ ਤੁਹਾਡੇ ਸਾਰਿਆਂ ਵੱਲੋਂ ਮੈਂ ਸਤਿਕਾਰਯੋਗ ਸਾਡੇ ਬਲਵਿੰਦਰ ਸਿੰਘ ਧਾਲੀਵਾਲ, ਜਿਹੜੇ ਕਿ MLA ਦੇ ਤੌਰ 'ਤੇ ਔਰ ਪਹਿਲਾਂ ਸਾਡੇ ਐਸਪੀ ਤੌਰ 'ਤੇ DC ਦੇ ਤੌਰ 'ਤੇ ਸੇਵਾ ਕਰਦੇ ਰਹੇ ਆ, ਉਹਨਾਂ ਨੂੰ ਬੇਨਤੀ ਕਰੂੰਗਾ ਦਿਵੰਗਤ ਆਤਮਾ ਦੇ ਪ੍ਰਤੀ ਔਰ ਪਰਿਵਾਰ ਦੇ ਨਾਲ ਆਪਣੇ ਦੁੱਖ ਸਾਂਝਾ ਕਰ, ਔਰ ਸ਼ਰਧਾ ਸੁਮਨ ਭੈਣ ਜੀ ਨੂੰ ਭੇਟ ਕਰ। ਧਾਲੀਵਾਲ ਸਾਹਿਬ। ਹਾਜ਼ਰ ਸਾਰੇ ਸਕੂਲ ਸਾਧ ਸੰਗਤ, ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਅਚਾਨਕ ਸਾਨੂੰ ਸਾਰਿਆਂ ਨੂੰ ਨਵੇਂ ਸਾਲ ਦੇ ਦਿਨ ਸਦੀਵੀ ਵਿਛੋੜਾ ਦੇ ਗਏ, ਔਰ ਉਹਨਾਂ ਦੇ ਇਸ ਸਦੀਵੀ ਵਿਛੋੜੇ ਦੇ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਬੇਟੇ ਬੇਟੀਆਂ ਨੂੰ ਅਤੇ ਸੰਗੀ ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਔਰ ਜਿਸ ਦਿਨ ਕਿ ਸਾਰੀ ਦੁਨੀਆ ਉਸ ਦਿਨ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾਉਂਦੀ ਹੈ, ਪਰ ਉਸ ਦਿਨ ਜਾਂ ਕਿਸੇ ਤਿਉਹਾਰ ਵਾਲੇ ਦਿਨ ਜਦੋਂ ਇਸ ਤਰ੍ਹਾਂ ਦੀ ਮਾੜੀ ਘਟਨਾ ਵਾਪਰਦੀ ਹੈ, ਤਾਂ ਉਹ ਜ਼ਿੰਦਗੀ ਭਰ ਵਾਸਤੇ ਜਿਹੜਾ ਹੈਗਾ ਉਹ ਕਾਬ ਦੇ ਜਾਂਦੀ ਹੈ, ਜੋ ਕਿ ਭਰਨੇ ਬਹੁਤ ਔਖੇ ਹੋ ਜਾਂਦੇ। ਕਿਸੇ ਵੀ ਪ੍ਰਾਣੀ ਦਾ ਇਸ ਸੰਸਾਰ ਵਿੱਚੋਂ ਜਾਣਾ ਦੁੱਖਦਾ ਹੀ ਹੁੰਦਾ, ਬੇਸ਼ੱਕ ਉਹ ਕਿਸੇ ਵੀ ਅਵਸਥਾ ਵਿੱਚ ਜਾਵੇ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਪ੍ਰਾਣੀ ਨੇ ਜੋ ਵੀ ਇਸ ਦੁਨੀਆ ਵਿੱਚ ਆਇਆ, ਉਹਨੇ ਆਪਣੇ ਪਰਮਾਤਮਾ ਵੱਲੋਂ ਬਖਸ਼ਿਸ਼ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇੱਕ ਦਿਨ ਸਾਨੂੰ ਸਾਰਿਆਂ ਨੂੰ ਰੋਂਦੇ ਕਲੰਦਰ ਨੂੰ ਇਸ ਦੁਨੀਆ ਵਿੱਚੋਂ ਕੂਚ ਕਰ ਜਾਣਾ। ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਇਸ ਪਰਿਵਾਰ ਵੱਲੋਂ ਫਗਵਾੜਾ ਦੇ ਹਰ ਖੇਤਰ ਵਿੱਚ ਸਰਬਪੱਖੀ ਵਿਕਾਸ ਕਰਨ ਵਾਸਤੇ ਰਤਨ ਲਾਲ ਕਾਲੜਾ ਜੀ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਅਹਿਮ ਯੋਗਦਾਨ ਪਾਇਆ। ਇਸ ਕਰਕੇ ਜਿੱਥੇ ਇਹਨਾਂ ਨੇ ਸਮਾਜ ਦੀ ਸੇਵਾ ਕੀਤੀ ਹੈ, ਵੱਖ ਵੱਖ ਖੇਤਰਾਂ ਵਿੱਚ ਰਹਿ ਕੇ, ਉੱਥੇ ਹੀ ਆਪਸੀ ਭਾਈਚਾਰਾ ਵਧਾਇਆ। ਤਾਂ ਅੱਜ ਦੇ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ 1 ਸਾਲ ਤੋਂ ਲਗਭਗ ਸਾਰੀ ਦੁਨੀਆ 'ਤੇ ਬੜਾ ਹੀ ਸਮੇਂ ਦਾ ਭਿਆਨਕ ਦੌਰ ਚੱਲ ਰਿਹਾ, ਜਿਹਦੇ ਵਿੱਚ ਪਤਾ ਨਹੀਂ ਕਿੰਨੇ ਹੀ ਆਪਣੇ ਸਾਰਿਆਂ ਦੇ ਕੋਈ ਨਾ ਕੋਈ ਰਿਸ਼ਤੇਦਾਰ ਸਗੇ ਸੰਬੰਧੀ ਕਿਸੇ ਨਾ ਕਿਸੇ ਕਾਰਨ ਕਰਕੇ ਜਾਂ ਕਰੋਨਾ ਦੀ ਬਿਮਾਰੀ ਕਰਕੇ ਜਾਂ ਉਸ ਤੋਂ ਬਾਅਦ ਜਿਹੜਾ ਆਪਾਂ 3-4 ਮਹੀਨੇ ਚਲਾ ਰਹੇ ਕਿ ਬਹੁਤ ਜਲਦੀ ਕੋਈ ਪ੍ਰਾਣੀ ਕਿਸੇ ਨਾ ਕਿਸੇ ਕਾਰਨ 4-5 ਘੰਟਿਆਂ ਵਿੱਚ ਹਾਰਟ ਅਟੈਕ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਕਰਕੇ ਸਾਨੂੰ ਸਾਰਿਆਂ ਨੂੰ ਰੋਂਦੇ ਕਲਾਉਂਦੇ ਛੱਡ ਕੇ ਜਾ ਰਹੇ ਹੈਗੇ ਨੇ। ਔਰ ਪਿਛਲੇ ਦੇਖਣ ਵਾਲੀ ਗੱਲ ਹੈ ਕਿ ਪਿਛਲੇ 4-5 ਮਹੀਨਿਆਂ 'ਚ ਲਗਭਗ ਉਹ ਵੀ ਵਿਅਕਤੀ ਚਲੇ ਗਏ ਜਿਹੜੇ ਕਿ ਅਜੇ 18, 20 ਸਾਲ 35 ਸਾਲ ਦੇ ਅਜੇ ਨੌਜਵਾਨ ਸੀਗੇ, ਔਰ ਕੋਈ ਬਿਮਾਰੀ ਦਾ ਲੱਛਣ ਨਹੀਂ ਸੀਗਾ। ਇਸ ਕਰਕੇ ਬੇਸ਼ੱਕ ਕੋਈ ਆਦਮੀ 80 ਸਾਲ ਦਾ, 90 ਸਾਲ ਦਾ, 95 ਸਾਲ ਦਾ ਜਾਂ 100 ਸਾਲ ਦਾ ਹੋ ਕੇ ਗੁਜ਼ਰਦਾ ਹੈ, ਜਾਂਦਾ ਹੈ, ਪਰ ਉਹਨਾਂ ਦਾ ਜਾਣਾ ਦੁੱਖਦਾ ਹੀ ਹੁੰਦਾ, ਕਿਉਂਕਿ ਉਹ ਜਿਹੜੇ ਬਜ਼ੁਰਗ ਹੋ ਕੇ ਜਾਂਦੇ ਆ ਉਹਨਾਂ ਦੇ ਆਪਣੇ ਪੋਤੇ ਪੋਤੀਆਂ, ਦੋਤੇ ਦੋਤੀਆਂ ਦੇ ਨਾਲ ਅਜਿਹਾ ਸੰਬੰਧ ਹੁੰਦਾ ਹੈ ਕਿ ਉਹਨੂੰ ਵਿਛੋੜਨਾ ਬਹੁਤ ਮੁਸ਼ਕਲ ਹੈ, ਪਰ ਪਰਮਾਤਮਾ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ। ਇਸ ਕਰਕੇ ਮੈਂ ਆਪਣੇ ਵੱਲੋਂ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸ਼੍ਰੀਮਤੀ ਕਾਲੜਾ ਜੀ ਦੇ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਉਹਨਾਂ ਦੇ ਸਾਰੇ ਪਰਿਵਾਰ ਨੂੰ, ਉਹਨਾਂ ਦੇ ਬੇਟੇ ਬੇਟੀਆਂ ਨੂੰ, ਉਹਨਾਂ ਦੇ ਰਿਸ਼ਤੇਦਾਰ ਸਗੇ ਸੰਬੰਧੀ ਔਰ ਜਿੰਨੇ ਵੀ ਜਾਣ ਪਛਾਣ ਵਾਲੇ ਨੇ ਸਾਰਿਆਂ ਨੂੰ ਪਾਲਾ ਮਰਨ ਦਾ ਬਲ ਬਖਸ਼। ਸ਼੍ਰੀ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। नैरुच्चे तनुशोषणं मलमयी शय्या च संवत्सरी एकस्यापि न गर्भभारभरणं
क्लेशस्य यस्या क्षमो दातुं निष्कृतिमुन्नतोऽपि तनया तस्यै जनन्यै नमः तस्यै जनन्यै नमः तस्यै जनन्यै नमः। उस जननी को प्रणाम है जो आज हमारे बीच नहीं है। कुछ दिन पहले जो इस देह को त्याग कर चली गई है। यह जो श्लोक है आदि गुरु शंकराचार्य ने अपनी माता को श्रद्धांजलि देते हुए लिखा था। उन्होंने कहा, आस्तां तावदीयं प्रसूति समये दुर्वार शूलभ्य था, कि जब मैं पैदा हुआ तो मैंने पैदा होते ही अपनी माँ को शूल बाण की व्यथा प्रदान की। जैसे किसी को बाण लगता है, जितना कष्ट होता है वैसा कष्ट मैंने पैदा होते ही अपनी माँ को दिया। जब जन्म होता है तो असहनीय पीड़ा होती है। नेरुच्चे तनु शोषणम मलमयी शय्या च सांवत्सरी। और मैं यही नहीं रुका, अपने जन्म के बाद मैंने जब माँ का दुग्ध पान किया तो उसके शरीर को बारंबार नोचा और उसकी शैया को, बिस्तर को अपने मल से, मूत्र से गीला रखा। एकस्यापि न गर्भ भार भरण क्लेशस्य यस्या क्षमो, कि मेरी माँ ने 9 महीने तक मेरे गर्भ के भार को सहन किया। जितने कष्ट मैंने अपनी माँ को दिए हैं उनमें से शायद मैं एक भी कष्ट का ऋण नहीं चुका सकता। दातुम निष्कृतिमुन्नतोऽपि तनया। मैं कौन हूं? मैं आदि गुरु शंकराचार्य हूं, जो वेद का ज्ञाता है, पुराणों उपनिषदों को जानता है। मेरे जैसा वेदज्ञ भी अपनी माता के ऋण से मुक्त नहीं हो सकता, तो साधारण मनुष्य कैसे मुक्त हो पाएगा? तो बारंबार उस जननी को, माता को प्रणाम किया गया है, जिसके ऋण से मुक्त होने की कोई भी विधि किसी भी ग्रंथ में प्राप्त नहीं होती है। हम पैदा होते हैं मातृ ऋण, पितृ ऋण और ऋषि ऋण लेकर के। जब हम ऋषियों द्वारा बनाए गए ग्रंथों का पाठ करते हैं तो हम ऋषि ऋण से मुक्त हो जाते हैं। जब हम अपने से अच्छी संतान इस समाज को देकर के जाते हैं तो पितृ ऋण से मुक्त हो जाते हैं, परंतु मातृ ऋण से मुक्त होने का कोई भी उपाय किसी भी शास्त्र में प्राप्त नहीं होता। इसलिए कहा उपाध्यायात् दशाचार्य, कि उपाध्याय से 10 गुना अधिक महत्व आचार्य का है। उपाध्याय से अभिप्राय है गुरुद्वारे का पाठी और मंदिर का पुजारी, उससे 10 गुना अधिक महत्व है आचार्य का, अध्यापक का। आचार्याणाम शतम पिता, और अध्यापक से 100 गुना महत्व है पिता का। पितुर्दश शतम माता गौरवेन तिरिच्यते, और पिता से 1000 गुना महत्व माता का है। इसलिए शास्त्र ने कहा मातु परम दैवतम सर्व तीर्थमयी माता, कि सब तीर्थ माता में है, उससे बड़ा कोई देवता नहीं है। उस माता का छोड़ करके जाना निश्चित रूप से मेरे भैया अभिषेक और मेरी दोनों बहनों के लिए यह असहनीय क्षति है। और इनके पिताजी श्रीमान पुरुषोत्तम कालड़ा जी हमारे यहाँ जीवन साथी की कल्पना, पति और पत्नी में से कोई छोटा या बड़ा नहीं है, अपितु अर्धनारीश्वर की बात की गई है। हमारे शरीर का आधा भाग चले जाना वह पत्नी का चले जाना है। एक दल के 2 हिस्से होते हैं तो उसको दाल कहा जाता है। जब हम चक्की में दाल को पीसते हैं तो उसके 2 हिस्से हो जाते हैं। उसी को शास्त्र में पति और पत्नी का स्वरूप माना गया है। तो इस अवस्था में अगर पत्नी चली जाए तो कितना बड़ा यह कष्ट है, यह वास्तव में चिंतनीय है। जातस्य ही ध्रुवो मृत्यु ध्रुवो जन्म मृतस्य च, पहले भी
वक्ताओं ने कहा कि जो पैदा हुआ है वह निश्चित जाएगा और जो गया है वह निश्चित पैदा भी होगा। और शास्त्र दूसरी बात कहता है, ना जायते म्रियते वा कदाचन, कि ना ही कोई कभी पैदा होता है और ना ही कभी कोई मरता है। दोनों में विचार करने में कई बार मन में आता है कि दोनों में कोई विरोधाभास है। एक तरफ तो कहा कि पैदा होने वाला जाएगा और एक तरफ कहा कि कोई पैदा ही नहीं होता और कोई जाता भी नहीं है। कोई जाता नहीं है, वह हमेशा रहता है। उसके विचार, उसके संस्कार, उसका व्यवहार वह हमेशा रहता है। पूज्य माता मंजू कालड़ा जी का संस्कार, विचार और व्यवहार मेरे भाई के माध्यम से, बहनों के माध्यम से हमेशा रहेगा और उनके द्वारा दिए गए संस्कारों को वह आगे इसी प्रकार से अपनी आने वाली पीढ़ियों में स्थानांतरित करते रहेंगे और इस समाज के कल्याण के लिए लगे रहेंगे। एक श्लोक मुझे स्मरण हो रहा है, मैंने कई बार माता जी से मिलने का मुझे अवसर मिला, तो शास्त्र कहता है, स्वर्ग स्थितानाम इह जीव लोके चत्वारि चिन्हानि वसंति देहे, कि हमें मृत्यु के बाद स्वर्ग मिलेगा या नर्क मिलेगा। और किसी व्यक्ति को स्वर्ग की प्राप्ति होगी या नर्क की प्राप्ति होगी तो यह जानना है। तो जो लोग स्वर्ग में जाने वाले हैं उनमें 4 चिन्ह शास्त्र ने कहा आपको दिखाई देंगे। और वो 4 चिन्ह कौन से हैं? दाने प्रसंगा, कि जो लोग दान करने के लिए हमेशा तत्पर रहे, चाहे वह धन का दान हो, विद्या का दान हो, श्रम का दान हो, शरीर से सेवा का दान हो। मधुरा च वाणी, जिनकी वाणी मधुर हो। देवार्चनम ब्राह्मण तर्पणम च, जो देवताओं के पूजन में रत रहते हों और ब्राह्मणों के तर्पण में, संतुष्टि में निरंतर लगे रहते हों, तो ऐसे लोग निश्चित रूप से स्वर्ग को प्राप्त करते हैं। मैं परमपिता परमात्मा के चरणों में यह प्रार्थना करता हूं कि दिवंगत आत्मा को अपने चरणों में स्थान प्रदान करे और परिवार को पूज्य पुरुषोत्तम कालड़ा जी, पूज्य रवि कालड़ा जी, विनोद कालड़ा जी, समस्त कालड़ा परिवार को इस असहनीय दुख को सहन करने की क्षमता प्रदान करे। ओम शांति शांति। पंडित जी इस दे दसवां अदा करनगे ते वो किदों करनगे ਜਦੋਂ ਸਤਿਕਾਰਯੋਗ ਰੱਤਾ ਜੀ आरती का उच्चारण करनगे। उस तो पहला मैं कुछ कंडोलेंस मैसेज ਜਿਹੜੇ ਆਏ ਨੇ ਉਹ ਅਕਨੋਲੇਜ करने परिवार ਨੂੰ। ਉਹਨਾਂ ਚ ਫਗਵਾੜਾ ਕਰਿਆਨਾ ਮਰਚੈਂਟ ਐਸੋਸੀਏਸ਼ਨ, ਰਿਟੇਲ ਕਰਿਆਨਾ ਮਰਚੈਂਟ ਐਸੋਸੀਏਸ਼ਨ, ਸਤਿਕਾਰਯੋਗ पंडित अशोक शर्मा जी, श्री विश्वकर्मा मंदिर सत्कारयोग प्रधान बलवंत महावीर प्रति ਜਿਹੜਾ ਪਰਿਵਾਰ ਦਾ ਸਹਿਯੋਗੀ ਹਨ, ਦੋਸਤਾਂ ਵਿੱਚੋਂ श्रेष्ठ ਦੋਸਤ ਹਨ। सोहन लाल बांगा जी साढ़े सत्कारयोग गुरु मंडल के चेयरमैन, मंटी वालिया जी इस एरिए के काउंसलर, इस तरह ही साढ़े फगवाड़ा कांग्रेस के प्रधान सत्कारयोग मोगा जी और मार्केट कमेटी के चेयरमैन सत्कारयोग नरेश भारद्वाज जी। तो इन्होंने वालों इस दे नाल ही SD कन्या महाविद्यालय सीनियर सैकेंडरी स्कूल, गुरु नानकपुरा वेलफेयर सोसायटी, मां शेरावाली धार्मिक समिति, पंजाब एडल्ट स्कूल टीचर्स यूनियन, मां चिंतपूर्णी निष्काम सेवा समिति, बाबा वनमीवाला मंदिर। तो ये जिन्हें जिन्हें कंडोलेंस मैसेज इस परिवार के नाल भेजे, इन्होंने सब का परिवार वालों धन्यवाद करना और इस लोक सेवा दल जिसे वरिंदर जी साहब मुरादमन फगवाड़ा फोटोग्राफर एसोसीएशन, इन्हों के कंडोलेंस किए जाते हैं, इन्हों की एक्नॉलेजमेंट दी जाती है। तो सब व्यक्तियों का जिन्होंने कंडोलेंस भेजे हैं उन्होंने परिवार वालों बहुत बहुत धन्यवाद। सत्कारयोग पंडित जी उच्चारण करेंगे आरती का और बेटे अभिषेक को बेनती है कि बयान में पंडित जी मेरी पदवी की रस्म अदा करेंगे। कुछ दिवंगत आत्मा ने जागृत परिवार कल्ला परिवार ने पुरुषोत्तम जी ने, विनोद जी ने, पवन जी ने, रवि जी ने रल के मेरिया भैनों के नाल रल के राशि समाज और धार्मिक स्थानों लिए कढ़ी है। उन्होंने बाला जी मंदिर हुशियारपुर रोड
साढ़े प्रधान जी जगत विराजमान लोक सेवा के प्रधान जी बैठे हैं। विष्णु जी का मंदिर फगवाड़ा, माँ चिंतपूर्णी दरबार चिंतपूर्णी माता का दरबार, काली माता का मंदिर फ्रेंड्स कॉलोनी फगवाड़ा, गुरु जी की गौशाला फगवाड़ा और गीता मंदिर मालडाउन जिस स्थान पर आप बैठे ये राशि जी परिवार को प्लीज यहाँ से लैके जाने थोड़ी बहुत मेहरबानी होगी। सत्कार जी पंडित जी पक्की रसम और मनमिंदी रस्ता जी आपने थानू बेनती देखो दो काम लिए आप इतने आने, एक तो परिवार का दुख साझा करने को सांत्वना देने लिए, दूसरा दिवंगत आत्मा की सदगति सदगति लिए की कर सकते अरदास। अरदास किस तरीके ने करनी है, अपने अपने इष्ट परमात्मा को याद करके आरती में अपना दिमाग ला के अपना जहन ला के उसके प्रति आप श्रद्धा से भेंट करने। मेरी प्रार्थना सत्कार करो, जान लगे परिवार को बेनती लंगर का सेवन करके जाना। बहुत बहुत धन्यवाद जी। ओम शांति। सुख संपत्ति ओम जय जगदीश हरे माता पिता शरण कहूँ मैं स्वामी शरण कहूँ मैं तुम बिन और न दूजा प्रभु बिन और न दूजा आस करूं जिसकी ओम जय जगदीश हरे तुम पूर्ण परमात्मा तुम अंतर्यामी स्वामी तुम अंतर्यामी परमेश्वर परमेश्वर तुम सबके स्वामी ओम जय जगदीश हरे स्वामी रक्षक तुम्हारे अपने हाथ पार करा के ओम जय जगदीश हरे ओम जय जगदीश हरे स्वामी जय जगदीश हरे जगो के संकट तास जगो के